ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਲਾਈਫ ਇੱਕ ਰਾਜਾ ਦੀ ਤਰ੍ਹਾਂ ਹੋਏ, ਜਿੱਥੇ ਉਹਨੂੰ ਪੈਸੇ ਦੀ ਕੋਈ ਵੀ ਚਿੰਤਾ ਨਾ ਹੋਏ, ਉਸ ਨੂੰ ਪੈਸੇ ਲਈ ਮਜਬੂਰ ਹੋ ਕੇ ਕੋਈ ਕੰਮ ਨਾ ਕਰਨਾ ਪਏ ਅਤੇ ਆਪਣੀ ਲਾਈਫ ਨੂੰ ਆਪਣੇ ਹੀ ਸਟਾਈਲ ਨਾਲ ਬਤੀਤ ਕਰੇ। ਲਾਈਫ ਦੀ ਇਸ ਸਟੇਜ ਨੂੰ ਫਾਈਨੈਂਸ਼ੀਅਲ ਫਰੀडम ਕਿਹਾ ਜਾਂਦਾ ਹੈ, ਜਿੱਥੇ ਤੁਸੀਂ ਪੈਸੇ ਦੀ ਹਰ ਚਿੰਤਾ ਤੋਂ ਮੁਕਤ ਹੋ ਜਾਂਦੇ ਹੋ। ਨਾ ਕੋਈ ਤੁਹਾਡਾ ਬੌਸ ਅਤੇ ਨਾ ਤੁਸੀਂ ਕਿਸੇ ਦੇ EMPLOYEE। ਤੁਸੀਂ ਆਪਣੀ ਲਾਈਫ ਨੂੰ ਆਪਣੇ ਹੀ ਅੰਦਾਜ਼ ਵਿੱਚ ਜਿਉਂਦੇ ਹੋ। ਲਾਈਫ ਦੀ ਇਸ ਸਟੇਜ ਵਿੱਚ ਤੁਸੀਂ ਮਜਬੂਰ ਹੋ ਕੇ ਕੋਈ ਕੰਮ ਨਹੀਂ ਕਰਦੇ, ਬਲਕਿ ਉਹੀ ਕੰਮ ਕਰਦੇ ਹੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ। ਕੀ ਇਹ ਹਰ ਇਨਸਾਨ ਲਈ ਸੰਭਵ ਹੈ? ਜੀ ਹਾਂ, ਇਹ ਹਰ ਇਨਸਾਨ ਲਈ ਸੰਭਵ ਹੈ, ਪਰ ਇਸ ਲਈ ਤੁਹਾਨੂੰ ਸਮੇਂ ਦੀ ਇੰਪੋਰਟੈਂਸ ਨੂੰ ਸਮਝਣਾ ਪਏਗਾ। ਕਿਉਂਕਿ ਜੇਕਰ ਸਮਾਂ ਹੈ ਤਾਂ ਇਨਸਾਨ ਲੱਖਾਂ ਕਰੋੜਾਂ ਰੁਪਏ ਕਮਾ ਸਕਦਾ ਹੈ, ਪਰ ਲੱਖਾਂ ਕਰੋੜਾਂ ਰੁਪਏ ਨਾਲ ਇੱਕ ਵੀ ਸੈਕਿੰਡ ਨਹੀਂ ਖਰੀਦ ਸਕਦਾ। ਇਸ ਲਈ ਜ਼ਿੰਦਗੀ ਦੇ ਹਰ ਇੱਕ ਮੂਮੈਂਟ ਨੂੰ ਇੰਪੋਰਟੈਂਸ ਦੇਣਾ ਜ਼ਰੂਰੀ ਹੈ। ਫਾਈਨੈਂਸ਼ੀਅਲ ਫਰੀडम ਗ੍ਰਾਂਟ ਸੈਪਟੀਅਰ ਦੀ ਲਿਖੀ ਹੋਈ ਇੱਕ ਇੰਟਰਨੈਸ਼ਨਲ ਬੈਸਟ ਸੈਲਿੰਗ ਬੁੱਕ ਹੈ। ਇਹ ਬਹੁਤ ਹੀ ਰੀਅਲਿਸਟਿਕ ਬੁੱਕ ਹੈ, ਕਿਉਂਕਿ ਇਸ ਵਿੱਚ ਆਥਰ ਨੇ ਫਾਈਨਾਂਸ ਦੇ ਉਹ ਬਿੰਦੂ ਕਵਰ ਕੀਤੇ ਹਨ ਜੋ ਅੱਜ ਤੱਕ ਕੋਈ ਹੋਰ ਬੁੱਕ ਨਹੀਂ ਕਰ ਸਕੀ। ਸੈਪਟੀਅਰ ਕਹਿੰਦੇ ਹਨ ਕਿ ਉਹਨਾਂ 4 ਸਾਲ ਬਹੁਤ ਸੰਘਰਸ਼ ਕੀਤਾ ਅਤੇ ਅੰਤ ਵਿੱਚ 24 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਇੱਕ ਹੋਰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਸਮੇਂ ਉਹਨਾਂ ਦੀ ਜੇਬ ਵਿੱਚ ਸਿਰਫ $2 ਸਨ ਅਤੇ ਉਹਨਾਂ ਉੱਪਰ $20,000 ਦਾ ਕਰਜ਼ ਸੀ। ਇਹ ਉਹਨਾਂ ਲਈ ਇੱਕ ਬਹੁਤ ਵੱਡਾ ਫੇਲੀਅਰ ਸੀ, ਕਿਉਂਕਿ ਅਮਰੀਕਾ ਵਰਗੇ ਦੇਸ਼ ਜਿੱਥੇ 18 ਸਾਲ ਦੀ ਉਮਰ ਵਿੱਚ ਬੱਚੇ ਆਪਣਾ ਘਰ ਛੱਡ ਦਿੰਦੇ ਹਨ ਅਤੇ ਆਪਣੀ ਇੰਡੀਪੈਂਡੈਂਟ ਲਾਈਫ ਜਿਉਂਦੇ ਹਨ, ਉੱਥੇ 24 ਸਾਲ ਦੀ ਉਮਰ ਵਿੱਚ ਵੀ ਆਥਰ ਆਪਣੇ ਪੇਰੈਂਟਸ ਉੱਪਰ ਡਿਪੈਂਡ ਸਨ। ਇਹ ਸਭ ਕੁਝ ਦੇਖਣ ਤੋਂ ਬਾਅਦ ਉਹਨਾਂ ਫੈਸਲਾ ਕੀਤਾ ਕਿ ਉਹ 5 ਸਾਲ ਵਿੱਚ ਹੀ $1 ਮਿਲੀਅਨ ਕਮਾਉਣਗੇ ਅਤੇ ਫਾਈਨੈਂਸ਼ੀਅਲ ਫਰੀडम ਹਾਸਲ ਕਰਨਗੇ। ਇਸ ਲਈ ਉਹਨਾਂ ਇੱਕ ਹੋਰ ਜੌਬ ਜੁਆਇਨ ਕੀਤੀ, ਕਈ ਬੁੱਕਸ ਪੜ੍ਹੀਆਂ, ਕਈ ਫਾਈਨੈਂਸ਼ੀਅਲ ਗਾਈਡ ਪੜ੍ਹੇ ਅਤੇ ਜ਼ਿਆਦਾ ਇਨਕਮ ਜਨਰੇਟ ਕਰਨ ਲਈ ਨੌਕਰੀ ਦੇ ਨਾਲ ਉਹਨਾਂ ਕਈ ਸਾਈਡ ਬਿਜ਼ਨਸ ਵੀ ਕੀਤੇ, ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ 5 ਸਾਲਾਂ ਵਿੱਚ ਹੀ $1.5 ਮਿਲੀਅਨ ਕਮਾ ਲਏ ਅਤੇ 30 ਸਾਲ ਦੀ ਉਮਰ ਤੋਂ ਵੀ ਪਹਿਲਾਂ ਰਿਟਾਇਰ ਹੋ ਗਏ। ਸੈਪਟੀਅਰ ਕਹਿੰਦੇ ਹਨ ਕਿ ਫਾਈਨੈਂਸ਼ੀਅਲ ਫਰੀडम ਹਾਸਲ ਕਰਨ ਲਈ ਇਨਸਾਨ ਨੂੰ 7 ਅਲੱਗ-ਅਲੱਗ ਸਟੇਜਾਂ ਤੋਂ ਗੁਜ਼ਰਨਾ ਪੈਂਦਾ ਹੈ। ਆਓ ਅਸੀਂ ਇਹਨਾਂ 7 ਸਟੇਜਾਂ ਨੂੰ ਸਮਝਦੇ ਹਾਂ ਜੋ ਤੁਹਾਨੂੰ ਆਪਣੇ ਗੋਲ ਤੱਕ ਪਹੁੰਚਾਉਣ ਲਈ ਸਹਾਈ ਹੋ ਸਕਦੀਆਂ ਹਨ। ਨੰਬਰ 1, ਕਲੈਰਿਟੀ। ਇਸ ਸਟੇਜ ਵਿੱਚ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਖੜੇ ਕਿੱਥੇ ਹੋ ਅਤੇ ਤੁਸੀਂ ਜਾਣਾ ਕਿੱਥੇ ਹੈ। ਮੀਨਸ ਤੁਹਾਡੀ ਕਰੰਟ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ ਅਤੇ ਤੁਹਾਡਾ ਗੋਲ ਕੀ ਹੈ। ਇਸ ਨੂੰ ਪਤਾ ਕਰਨ ਦਾ ਸਿੰਪਲ ਫਾਰਮੂਲਾ ਇਹ ਹੈ ਕਿ ਆਪਣਾ ਸਾਲਾਨਾ ਖਰਚ ਕੈਲਕੂਲੇਟ ਕਰੋ ਅਤੇ ਉਸ ਨੂੰ 25 ਨਾਲ ਗੁਣਾ ਕਰ ਦਿਓ। ਉਹ ਤੁਹਾਡਾ ਗੋਲ ਅਮਾਉਂਟ ਹੋਏਗਾ। ਫਾਰ ਐਗਜ਼ਾਮਪਲ, ਤੁਹਾਡਾ ਮਹੀਨੇ ਦਾ ਖਰਚਾ ਹੈ $10,000 ਅਤੇ ਤੁਹਾਡਾ 1 ਸਾਲ ਦਾ ਖਰਚ ਹੋ ਜਾਏਗਾ $1,20,000। ਇਸ ਤਰ੍ਹਾਂ ਤੁਹਾਡਾ ਗੋਲ ਅਮਾਉਂਟ ਹੋ ਜਾਏਗਾ $30 ਲੱਖ। ਇਹ ਸਿਰਫ ਇੱਕ ਐਗਜ਼ਾਮਪਲ ਸੀ, ਤੁਸੀਂ ਆਪਣੇ ਖਰਚ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰ ਸਕਦੇ ਹੋ। ਨੰਬਰ 2, ਸਫੀਸ਼ੀਐਂਸੀ। ਆਪਣੀ ਕਰੰਟ ਕੰਡੀਸ਼ਨ ਅਤੇ ਗੋਲ ਪਤਾ ਕਰਨ ਤੋਂ ਬਾਅਦ ਆਪਣੀ ਨੈਟ ਵਰਥ ਪਤਾ ਕਰਨੀ ਹੁੰਦੀ ਹੈ। ਇਸ ਨੂੰ ਪਤਾ ਕਰਨ ਦਾ ਫਾਰਮੂਲਾ ਹੈ ਟੋਟਲ ਐਸੈਟਸ ਮਾਈਨਸ ਟੋਟਲ ਲਾਇਬਿਲਿਟੀਜ਼। ਐਸੈਟਸ ਉਹ ਹੁੰਦੇ ਹਨ ਜਿਨ੍ਹਾਂ ਨਾਲ ਤੁਹਾਨੂੰ ਕੋਈ ਇਨਕਮ ਆਉਂਦੀ ਹੈ ਜਾਂ ਜਿਨ੍ਹਾਂ ਨੂੰ ਮਾਰਕੀਟ ਵਿੱਚ ਵੇਚਣ ਨਾਲ ਤੁਹਾਨੂੰ ਕੋਈ ਕੀਮਤ ਮਿਲਦੀ ਹੈ। ਫਾਰ ਐਗਜ਼ਾਮਪਲ, ਘਰ, ਪ੍ਰਾਪਰਟੀ, ਗਹਿਣੇ, ਬੈਂਕ ਬੈਲੈਂਸ ਆਦਿ। ਲਾਇਬਿਲਿਟੀਜ਼ ਉਹ ਹੁੰਦੀਆਂ ਹਨ ਜੋ ਤੁਹਾਡੇ ਅਕਾਊਂਟ ਵਿੱਚੋਂ ਖਰਚਾ ਕਰਾਉਂਦੀਆਂ ਹਨ। ਫਾਰ ਐਗਜ਼ਾਮਪਲ, ਬੈਂਕ ਲੋਨ, EMI ਆਦਿ। ਹੁਣ ਜੋ ਵੀ ਤੁਹਾਡੀ ਨੈਟ ਵਰਥ ਆਉਂਦੀ ਹੈ ਉਸ ਨੂੰ ਗੋਲ ਅਮਾਉਂਟ ਵਿੱਚੋਂ ਘਟਾ ਦਿਓ। ਫਾਰ ਐਗਜ਼ਾਮਪਲ, ਜੇਕਰ ਤੁਹਾਡੀ ਨੈਟ ਵਰਥ $10 ਲੱਖ ਦੀ ਹੈ ਅਤੇ ਤੁਹਾਡਾ ਗੋਲ ਅਮਾਉਂਟ $30 ਲੱਖ ਹੈ, ਤਾਂ ਤੁਹਾਨੂੰ ਫਾਈਨੈਂਸ਼ੀਅਲੀ ਫ੍ਰੀ ਹੋਣ ਲਈ ਹੁਣ ਸਿਰਫ $20 ਲੱਖ ਹੀ ਸੇਵ ਕਰਨੇ ਪੈਣਗੇ। ਨੰਬਰ 3, ਬਰੀਥਿੰਗ ਰੂਮ। ਇਸ ਸਟੇਜ ਵਿੱਚ ਤੁਸੀਂ ਆਪਣੇ ਖਰਚੇ ਕੰਟਰੋਲ ਕਰਨੇ ਹਨ। ਜੇਕਰ ਤੁਸੀਂ ਕੋਈ ਵੀ ਚੀਜ਼ ਖਰੀਦ ਰਹੇ ਹੋ ਤਾਂ ਉਸ ਨੂੰ ਲੈਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲਓ ਕਿ ਸੱਚਮੁੱਚ ਇਸ ਦੀ ਤੁਹਾਨੂੰ ਜ਼ਰੂਰਤ ਹੈ ਜਾਂ ਤੁਸੀਂ ਉਸ ਤੋਂ ਅਟਰੈਕਟ ਹੋ ਕੇ ਲੈ ਰਹੇ ਹੋ। ਕੀ ਇਸ ਚੀਜ਼ ਦੀ ਤੁਹਾਨੂੰ ਲੰਬੇ ਸਮੇਂ ਲਈ ਜ਼ਰੂਰਤ ਹੈ ਜਾਂ ਸਿਰਫ ਦੇਖਾ-ਦੇਖੀ ਕਰਕੇ ਹੀ ਲੈ ਰਹੇ ਹੋ? ਕਿਉਂਕਿ ਜਦੋਂ ਵੀ ਤੁਸੀਂ ਕੋਈ ਚੀਜ਼ ਖਰੀਦ ਰਹੇ ਹੁੰਦੇ ਹੋ ਤਾਂ ਉਸ ਦੇ ਬਦਲੇ ਪੈਸਾ ਨਹੀਂ ਬਲਕਿ ਆਪਣਾ ਟਾਈਮ ਦੇ ਰਹੇ ਹੁੰਦੇ ਹੋ। ਫਾਰ ਐਗਜ਼ਾਮਪਲ, ਤੁਹਾਡੀ ਸੈਲਰੀ $10,000 ਪ੍ਰਤੀ ਮਹੀਨਾ ਹੈ ਅਤੇ ਤੁਸੀਂ $50,000 ਦਾ ਮੋਬਾਈਲ ਖਰੀਦਦੇ ਹੋ। ਹੁਣ ਉਹ ਮੋਬਾਈਲ ਤੁਸੀਂ ਆਪਣੇ 5 ਮਹੀਨੇ ਦੇ ਹਾਰਡ ਵਰਕ ਦੇ ਬਦਲੇ ਖਰੀਦ ਰਹੇ ਹੁੰਦੇ ਹੋ। ਇਸ ਲਈ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਓ ਕਿ ਇਸ ਦੇ ਬਦਲੇ ਮੈਨੂੰ ਕਿੰਨੇ ਦਿਨ ਜਾਂ ਕਿੰਨੇ ਘੰਟੇ ਕੰਮ ਕਰਨਾ ਪਵੇਗਾ। ਇਸ ਤਰ੍ਹਾਂ ਕਰਨ ਨਾਲ ਤੁਸੀਂ ਜ਼ਰੂਰੀ ਚੀਜ਼ਾਂ ਅਤੇ ਫਜ਼ੂਲ ਖਰਚੀ ਵਿੱਚ ਅੰਤਰ ਸਮਝ ਜਾਓਗੇ। ਨੰਬਰ 4, ਸਟੇਬਿਲਿਟੀ। ਹੁਣ ਤੁਸੀਂ ਸਭ ਤੋਂ ਪਹਿਲਾਂ ਆਪਣੇ 6 ਮਹੀਨੇ ਦਾ ਖਰਚ ਸੇਵ ਕਰਨਾ ਹੈ, ਕਿਉਂਕਿ ਜੇਕਰ ਤੁਹਾਡੀ ਜੌਬ ਚਲੀ ਜਾਏ ਜਾਂ 6 ਮਹੀਨੇ ਤੱਕ ਤੁਹਾਨੂੰ ਕੋਈ ਕੰਮ ਨਾ ਮਿਲੇ ਜਾਂ ਕੋਈ ਮੈਡੀਕਲ ਐਮਰਜੈਂਸੀ ਦੇ ਕਾਰਨ ਤੁਸੀਂ ਕੋਈ ਕੰਮ ਨਾ ਕਰ ਸਕੋ ਤਾਂ ਤੁਹਾਡਾ 6 ਮਹੀਨੇ ਤੱਕ ਦਾ ਖਰਚ ਚੱਲਦਾ ਰਹਿਣਾ ਚਾਹੀਦਾ ਹੈ। ਸੈਪਟੀਅਰ ਕਹਿੰਦੇ ਹਨ ਕਿ ਸਾਡਾ ਖਰਚ ਛੋਟੀਆਂ-ਮੋਟੀਆਂ ਚੀਜ਼ਾਂ ਤੇ ਨਹੀਂ ਬਲਕਿ ਇਹਨਾਂ 3 ਚੀਜ਼ਾਂ ਤੇ ਹੁੰਦਾ ਹੈ, ਜੋ ਹਨ ਹਾਊਸਿੰਗ, ਟਰਾਂਸਪੋਰਟ ਅਤੇ ਫੂਡ। ਜੌਬ ਲੱਗਦੇ ਹੀ ਆਦਮੀ ਸਭ ਤੋਂ ਪਹਿਲਾਂ ਇੱਕ ਮਹਿੰਗਾ ਘਰ ਬਣਾਉਂਦਾ ਹੈ। ਇਸ ਨਾਲ ਉਹ ਸਮਝਦਾ ਹੈ ਕਿ ਉਸ ਦਾ ਸਮਾਜ ਵਿੱਚ ਰੁਤਬਾ ਬਣੇਗਾ। ਇਸ ਸ਼ੋਅ ਦੇ ਚੱਕਰ ਵਿੱਚ ਉਹ ਬੈਂਕ ਤੋਂ ਬਹੁਤ ਜ਼ਿਆਦਾ ਲੋਨ ਲੈਂਦਾ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਰੀ ਉਮਰ ਉਸ ਨੂੰ ਬੈਂਕ ਦੀਆਂ ਕਿਸ਼ਤਾਂ ਹੀ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਜੌਬ ਲੱਗਣ ਤੋਂ ਬਾਅਦ ਮਹਿੰਗੀ ਕਾਰ ਲੈ ਲੈਣੀ। ਇਹ ਬਹੁਤ ਵਧੀਆ ਗੱਲ ਹੈ ਜੇਕਰ ਤੁਹਾਡੀ ਲਾਈਫ ਇਸ ਨਾਲ ਆਸਾਨ ਹੋ ਰਹੀ ਹੈ, ਪਰ ਜੇਕਰ ਇਸ ਦੇ ਬਦਲੇ ਸੈਕਿੰਡ ਹੈਂਡ ਕਾਰ ਜਾਂ ਪਬਲਿਕ ਟਰਾਂਸਪੋਰਟ ਨਾਲ ਕੰਮ ਚੱਲਦਾ ਹੋਏ ਤਾਂ ਉਸ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਤੁਸੀਂ ਉਹ ਚੀਜ਼ ਆਪਣੀ ਲਾਈਫ ਦੇ ਪੀਕ ਟਾਈਮ ਅਤੇ ਫਿਊਚਰ ਦੇ ਕਰੋੜਾਂ ਰੁਪਏ ਨਾਲ ਖਰੀਦ ਰਹੇ ਹੁੰਦੇ ਹੋ ਜੋ ਕੰਪਾਊਂਡ ਹੋ ਕੇ ਕਈ ਗੁਣਾ ਹੋ ਸਕਦੇ ਹਨ। ਇਸੇ ਤਰ੍ਹਾਂ ਫੂਡ ਵੀ ਉਹੀ ਖਰੀਦੋ ਜਿਸ ਦੀ ਤੁਹਾਨੂੰ ਜ਼ਰੂਰਤ ਹੈ। ਫਾਲਤੂ ਦੀਆਂ ਪਾਰਟੀਆਂ ਅਤੇ ਫਜ਼ੂਲ ਖਰਚੀ ਤੋਂ ਦੂਰ ਰਹਿਣਾ ਚਾਹੀਦਾ ਹੈ। ਨੰਬਰ 5,
ਫਲੈਕਸੀਬਿਲਿਟੀ। ਇਸ ਸਟੇਜ ਵਿੱਚ ਜੌਬ ਨੂੰ ਛੱਡਣ ਦੀ ਬਜਾਏ ਹੋਰ ਇਨਕਮ ਨੂੰ ਵਧਾਉਣ ਦੇ ਤਰੀਕੇ ਲੱਭਣੇ ਚਾਹੀਦੇ ਹਨ। ਇਸ ਲਈ ਜਾਂ ਤਾਂ ਤੁਹਾਡੇ 'ਚ ਕਾਬਲੀਅਤ ਹੈ ਤਾਂ ਤੁਸੀਂ ਆਪਣੇ ਬੌਸ ਨੂੰ ਆਪਣੀ ਇਨਕਮ ਵਧਾਉਣ ਲਈ ਕਹਿ ਸਕਦੇ ਹੋ, ਜਾਂ ਫਿਰ ਦੂਸਰਾ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਜੌਬ ਦੇ ਨਾਲ ਕਈ ਹੋਰ ਸਾਈਡ ਬਿਜ਼ਨਸ ਕਰੋ ਜਿਸ ਨਾਲ ਤੁਹਾਡੀ ਇਨਕਮ ਇਨਕਰੀਜ਼ ਹੋ ਸਕੇ। ਨੰਬਰ 6, ਫਾਈਨੈਂਸ਼ੀਅਲ ਫਰੀडम। ਇਸ ਸਟੇਜ ਵਿੱਚ ਤੁਹਾਨੂੰ ਆਪਣੇ 2 ਸਾਲ ਤੱਕ ਦੇ ਖਰਚੇ ਸੇਵ ਕਰਨੇ ਹੋਣਗੇ ਅਤੇ ਇਸ ਸੇਵ ਕੀਤੇ ਹੋਏ ਪੈਸੇ ਨੂੰ ਇਨਵੈਸਟ ਕਰਨਾ ਹੈ। ਇਨਵੈਸਟਮੈਂਟ ਤੋਂ ਜੋ ਵੀ ਰਿਟਰਨ ਆਏ ਉਸ ਨੂੰ ਰੀਇਨਵੈਸਟ ਕਰਨਾ ਹੈ। ਭਾਰਤ ਵਿੱਚ ਸਟਾਕ ਮਾਰਕੀਟ ਅਤੇ ਮਿਊਚੁਅਲ ਫੰਡ ਐਵਰੇਜ 8% ਦੇ ਰਿਟਰਨ ਦੇ ਹੀ ਦਿੰਦੇ ਹਨ, ਉਹ ਵੀ ਮਹਿੰਗਾਈ ਦੀ ਦਰ ਕੱਢ ਕੇ। ਇਸ ਤਰ੍ਹਾਂ ਤੁਸੀਂ ਆਪਣੇ ਰਿਟਰਨ ਦਾ 4% ਹਿੱਸਾ ਯੂਜ਼ ਕਰੋਗੇ ਅਤੇ ਬਾਕੀ ਬਚੇ 4% ਨੂੰ ਰੀਇਨਵੈਸਟ ਕਰੋਗੇ। ਇਸ ਨਾਲ ਤੁਹਾਡੇ 4% ਦੇ ਖਰਚ ਦੀ ਰਾਸ਼ੀ ਵੀ ਹਰ ਸਾਲ ਵੱਧਦੀ ਜਾਏਗੀ। ਸੈਵਟੀਅਰ ਨੇ 30 ਸਾਲ ਦੀ ਉਮਰ ਤੋਂ ਪਹਿਲਾਂ 1.5 ਮਿਲੀਅਨ ਦੀ ਰਾਸ਼ੀ ਇਕੱਠੀ ਕਰ ਲਈ ਸੀ, ਜੋ ਕਿ ਇੱਕ ਬਹੁਤ ਵੱਡੀ ਰਾਸ਼ੀ ਸੀ, ਪਰ ਇਹ ਸਾਰੀ ਉਮਰ ਲਈ ਬਹੁਤ ਜ਼ਿਆਦਾ ਨਹੀਂ ਸੀ। ਇਸ ਕਰਕੇ ਉਹਨਾਂ ਨੇ ਪੈਸੇ ਨੂੰ ਇਨਵੈਸਟ ਕੀਤਾ। ਉਹਨਾਂ ਨੂੰ ਹਰ ਸਾਲ ਐਵਰੇਜ 7% ਦੀ ਰਿਟਰਨ ਮਿਲਦੀ ਸੀ। ਉਹ ਉਸ ਰਿਟਰਨ ਦਾ ਸਿਰਫ 4% ਹੀ ਖਰਚ ਕਰਦੇ ਸਨ ਅਤੇ 3% ਨੂੰ ਫਿਰ ਤੋਂ ਇਨਵੈਸਟ ਕਰ ਦਿੰਦੇ ਸਨ, ਜੋ ਕਿ ਕੰਪਾਊਂਡ ਹੋ ਕੇ ਬਹੁਤ ਜ਼ਿਆਦਾ ਅਮਾਉਂਟ ਵਿੱਚ ਬਦਲ ਗਏ। ਸਰ ਆਇਨਸਟਾਈਨ ਵੀ ਕਹਿੰਦੇ ਹਨ ਕਿ ਕੰਪਾਊਂਡਿੰਗ ਦੁਨੀਆ ਦਾ 8ਵਾਂ ਅਜੂਬਾ ਹੈ। ਜੇਕਰ ਤੁਹਾਨੂੰ ਕੰਪਾਊਂਡਿੰਗ ਬਾਰੇ ਜਾਣਕਾਰੀ ਨਹੀਂ ਹੈ ਤਾਂ ਆਪਾਂ ਇਸ ਨੂੰ ਕਿਸੇ ਹੋਰ ਵੀਡੀਓ ਵਿੱਚ ਡਿਸਕਸ ਕਰਾਂਗੇ। ਨੰਬਰ 7, ਅਬੰਡੈਂਸ ਆਫ ਵੈਲਥ। ਲਗਾਤਾਰ ਕੁਝ ਸਾਲਾਂ ਤੱਕ ਪਹਿਲੇ 6 ਸਟੇਜਾਂ ਉੱਪਰ ਸਹੀ ਕੰਮ ਕੀਤਾ ਜਾਏ ਤਾਂ ਕੁਝ ਸਾਲਾਂ ਵਿੱਚ ਹੀ ਤੁਹਾਡੀ ਇਨਵੈਸਟਮੈਂਟ ਕਈ ਗੁਣਾ ਹੋ ਜਾਏਗੀ ਅਤੇ ਤੁਹਾਡੇ ਕੋਲ ਇੰਨਾ ਪੈਸਾ ਹੋ ਜਾਏਗਾ ਕਿ ਕੁਝ ਵੀ ਖਰਚ ਕਰਨ ਤੋਂ ਪਹਿਲਾਂ ਤੁਹਾਨੂੰ ਸੋਚਣਾ ਨਹੀਂ ਪਏਗਾ। ਇੱਥੋਂ ਤੱਕ ਕਿ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨ ਤੱਕ ਵੀ ਇਹ ਪੈਸਾ ਕਾਫੀ ਹੋਏਗਾ। ਤਾਂ ਦੋਸਤੋ, ਇਹ ਸਨ ਪੈਸੇ ਦੀ ਚਿੰਤਾ ਤੋਂ ਮੁਕਤ ਹੋਣ ਲਈ ਉਹ 7 ਸਟੈਪਸ ਜੋ ਤੁਹਾਨੂੰ ਆਪਣੇ ਗੋਲ ਪ੍ਰਾਪਤ ਕਰਨ ਲਈ ਸਹਾਈ ਹੋ ਸਕਦੇ ਹਨ। ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਹੋਏਗੀ। ਪਿਆਰ ਦੇਣ ਲਈ ਧੰਨਵਾਦ।